प्रभु का बहुत बहुत धन्यवाद। अज असी 24 जून के अंदर पहुँच गए हाँ और दिन 23 जून तो कटने शुरू हो गए और जो अगे अगे असी चलांगे तो दिन जिहड़े घटते ने वो होर कटने शुरू हो जाएंगे और फिर असी दसंबर 23 तक दिनां घटते वेखांगे और फिर 25 दसंबर नूं दिनां लंबे हुंदे वेखांगे। प्रभु बहुत वड्डी किरपा देवे। आओ अज असी मलाकी की किताब और उसका तीसरा अध्याय पढ़ते हाँ और इत्थे लेख है, वेखो मैं अपने दूत नूं घल्दा। अज असीं वेखांगे कि ये दूत किहड़ा है जिन्हों यहोवा परमेश्वर ने कहा है कि वेखो मैं अपना दूत अपने अगे घल्दा। मैं अपने दूत नूं घल्दा। खुदा बहुत वड्डी बरकत देवे। लिखत नूं पढ़ांगे, वेखो मैं अपने दूत नूं घल्दा हाँ अते वो मेरे अगे राह नूं तैयार करेगा। प्रभु जिन्हों तुसीं भालदे हो अचानक अपनी हैकल में आ जाएगा। हाँ नेम दा दूत जिस तो तुसी खुश हो, वेखो वो आउंदा है, सेना दा यहोवा आखदा है। पर ओदे आउण दे दिन नूं कौन सहार सकदा है अते कौन खड़ा रहेगा जद वो प्रगट होवेगा। क्यों जो सुनियारे की अग वांगू धोबी के साबण वांगू वर्गा है, वो चांदी नूं तौण अते साफ करन लई बैठेगा। तो एक दूत की गल मलाकी कर रहा है। मलाकी, हजी नबी, अजरिया, हजी नबी और जकरिया और दूसरा ये 3-4 नबी जिहड़े ने ये इकट्ठे ही रहे ने। और जकरिया जिहड़ा सी वो यरूशलेम विच रह गया सी, लेकिन मलाकी और ये दूसरा हजी नबी ये चले गए सन गुलामी च वापस मुड़े गए। तो मलाकी हुण एक दूत की गल करता है। मलाकी ने भी दूत की गल की है और फिर असीं वेखते हैं कि जशाया ने भी दूत की गल की है। आओ असी जशाया 43 असी जशाया नूं पढ़ते हाँ। खुदा तुहानूं बहुत वड्डी किरपा दे। हुणे मैं हवाला जशाया दा तुहाडे लई कढदा हाँ क्योंकि उत्थे जशाया 3:40 दी जशाया 40 दी कुछ आयत है जिहड़ी मैं तुहाडे सामने पढ़न लग्या हाँ। और प्रभु तुहानूं सबनां नूं बहुत वड्डी किरपा देवे। जशाया उत्थे दूत की गल करदा है और वो कहंदा है, जदों मलाकी कहंदा यहोवा दा दूत और जशाया कहंदा कि 40 दी तीनों कहता एक आवाज पुकार दी है
ਉਜਾੜ ਵਿੱਚ ਯਹੋਵਾ ਦਾ ਰਾਹ ਤਿਆਰ ਕਰੋ। ਮਲਾਕੀ ਕਹਿੰਦਾ ਵੇਖੋ ਯਹੋਵਾ ਦਾ ਦੂਤ ਔਰ ਉਹ ਰਾਹ ਨੂੰ ਕੀ ਕਰੇਗਾ, ਤਿਆਰ ਕਰੇਗਾ। ਔਰ ਫਿਰ ਉਹ ਕਹਿੰਦਾ ਉਹਨੂੰ ਕੌਣ ਸਹਾਰ ਸਕੇਗਾ। ਔਰ ਯਸ਼ਾਇਆ 40:3 ਕਹਿੰਦਾ ਹੈ ਇੱਕ ਆਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾ ਦਾ ਰਾਹ ਤਿਆਰ ਕਰੋ, ਬਿਆਬਾਨ ਵਿੱਚ ਸਾਡੇ ਪ੍ਰਭੂ ਲਈ ਇੱਕ ਰਾਹ ਤਿਆਰ ਕਰੋ, ਸਿੱਧਾ ਬਣਾਓ। ਹਰੇਕ ਦੂਣ ਉੱਚੀ ਕੀਤੀ ਜਾਵੇਗੀ ਅਤੇ ਹਰੇਕ ਪਹਾੜ ਔਰ ਟਿੱਬਾ ਨੀਵਾਂ ਕੀਤਾ ਜਾਵੇਗਾ। ਖੁਰਦਲਾ ਪੱਧਰਾ ਔਰ ਬਿਖਰੇ ਥਾਂ ਮੈਦਾਨ ਹੋਣਗੇ, ਯਹੋਵਾ ਦਾ ਪ੍ਰਤਾਪ ਪ੍ਰਗਟ ਹੋਵੇਗਾ। ਕਿਹਦੇ ਅੱਗੇ ਇਹ ਆ ਰਹੇ ਨੇ? ਅਸਲ 'ਚ ਮਲਾਕੀ ਨੂੰ ਪੁੱਛਦੇ ਆ ਤੇ ਉਹ ਕਹਿੰਦਾ ਯਹੋਵਾ ਦਾ ਦੂਤ। ਯਸ਼ਾਇਆ ਨੂੰ ਪੁੱਛਦੇ ਆ ਤੇ ਉਹ ਕਹਿੰਦਾ ਉਜਾੜ ਵਿੱਚ ਹੌਕਾ ਦੇਣ ਵਾਲੇ ਦੀ ਆਵਾਜ਼ ਹੋਵੇਗਾ। ਹੁਣ ਅਸੀਂ ਲੋਕਾਂ ਨੂੰ ਪੁੱਛਣ ਜਾ ਰਹੇ ਹਾਂ ਭਈ ਉਹ ਦੂਤ ਕੌਣ ਹੈ, ਕਿਉਂਕਿ ਉਸ ਦੂਤ ਦੇ ਬਾਰੇ ਲੂਕਾ ਲਿਖਦਾ ਹੈ ਔਰ ਖੁਦਾ ਆਪਣੇ ਉਸ ਦੂਤ ਨੂੰ ਜਿਹਦਾ ਨਾਮ ਕੀ ਕਹਿਣਾ ਚਾਹੀਦਾ ਹੈ, ਜਿਸ ਦਾ ਨਾਮ ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ, ਮੈਂ ਦੱਸਦਾ ਹਾਂ ਜਲਦੀ ਤੁਹਾਨੂੰ। ਤੇ ਅਸੀਂ ਪੜਾਂਗੇ ਪ੍ਰਭੂ ਦੇ ਵਚਨ ਦੇ ਅੰਦਰੋਂ ਲੂਕਾ ਨੂੰ ਅਸੀਂ ਜਦੋਂ ਪੜਨ ਜਾਂਦੇ ਹਾਂ ਤੇ ਜਬਰਾਈਲ ਲੂਕਾ ਦੇ ਕੋਲ ਆਉਂਦਾ ਹੈ ਔਰ ਉਸ ਦੂਤ ਦੀ ਗੱਲ ਕਰਦਾ ਹੈ ਜਿਹਦੇ ਬਾਰੇ ਮਲਾਕੀ ਨੇ ਕੀਤੀ ਹੈ, ਜਿਹਦੇ ਬਾਰੇ ਯਸ਼ਾਇਆ ਨੇ ਕੀਤੀ ਹੈ, ਉਸੇ ਬਾਰੇ ਉਹਦੇ ਬਾਰੇ ਵਿੱਚ ਹੀ ਇੱਥੇ ਲੂਕਾ ਦੱਸ ਰਿਹਾ ਹੈ। ਲੂਕਾ ਦੱਸ ਰਿਹਾ ਹੈ ਕਿ ਉਹ ਦੂਤ ਕਿਸ ਤਰ੍ਹਾਂ ਆਵੇਗਾ। ਮੈਂ ਤੁਹਾਨੂੰ ਲੂਕਾ ਦੇ ਕੋਲ ਲੈ ਕੇ ਚੱਲਿਆ ਹਾਂ ਔਰ ਇੱਥੇ ਲਿਖਤ ਕਹਿੰਦੀ ਹੈ ਲੂਕਾ ਉਸ ਦਾ 3ਰਾ ਅਧਿਆਇ ਔਰ ਉਸ ਦੀ ਮੈਂ ਤੁਹਾਡੇ ਸਾਹਮਣੇ 12 ਆਇਤ ਤੋਂ ਬਲਕਿ 15 ਤੋਂ ਪੜ੍ਹਨਾ ਸ਼ੁਰੂ ਕਰਾਂਗਾ। ਤਾਂ ਲੋਕ ਉਡੀਕਦੇ ਸਨ ਅਤੇ ਸਭੋ ਆਪਣੇ ਮਨ ਵਿੱਚ ਯਹੂਨਾ ਦੇ ਵਿਖੇ ਵਿਚਾਰ ਕਰਦੇ ਸਨ, ਭਾਈ ਕਿਤੇ ਮਸੀਹ ਇਹੋ ਮਸੀਹ ਨਾ ਹੋਵੇ। ਤਾਂ ਯਹੂਨਾ ਨੇ ਸਭਨਾਂ ਨੂੰ ਅੱਗੋਂ ਆਖਿਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਇੱਕ ਜਿਹੜਾ ਮੈਥੋਂ ਬਲਵੰਤ ਆਉਂਦਾ ਹੈ ਉਹਦੀ ਜੁੱਤੀ ਦਾ ਤਸਮਾ ਮੈਂ ਖੋਲਣ ਦੇ ਯੋਗ ਨਹੀਂ ਹਾਂ। ਇਸ ਕਰਕੇ ਯਹੂਨਾ ਹੀ ਇੱਕ ਦੂਤ ਹੈ ਜਿਹੜਾ ਮਸੀਹ ਯੀਸ਼ੂ ਦੇ ਅੱਗੇ ਅੱਗੇ ਆ ਰਿਹਾ ਹੈ। ਔਰ ਮਲਾਕੀ ਨੂੰ ਪੁੱਛਦੇ ਆ ਤੇ ਉਹ ਕਹਿੰਦਾ ਕਿ ਉਹ ਉਹਦੇ ਅੱਗੇ ਅੱਗੇ ਰਾਹ ਨੂੰ ਤਿਆਰ ਕਰੇਗਾ। ਔਰ ਫਿਰ ਯਸ਼ਾਇਆ ਨੂੰ ਪੁੱਛਦੇ ਆ, ਯਸ਼ਾਇਆ 40:3 ਨੂੰ ਪੁੱਛਦੇ ਆ ਤੇ ਉੱਥੇ ਯਸ਼ਾਇਆ ਕਹਿੰਦਾ ਮੈਂ ਇੱਕ ਆਵਾਜ਼ ਸੁਣ ਰਿਹਾ, ਇੱਕ ਉਜਾੜ ਵਿੱਚ ਆਵਾਜ਼ ਸੁਣ ਰਿਹਾ, ਬਿਆਬਾਨ ਵਿੱਚ ਉਹਦੀ ਆਵਾਜ਼ ਸੁਣ ਰਿਹਾ।
ਔਰ ਇਹ ਆਵਾਜ਼ ਕਿਹਦੀ ਸੀ? ਇਹ ਆਵਾਜ਼ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਸੀ। ਔਰ ਯਹੂਨਾ ਬਪਤਿਸਮਾ ਦੇਣ ਵਾਲਾ ਜਿਹੜਾ ਹੈ, ਇਸ ਦਾ ਜਨਮ ਅਸੀਂ ਦੇਖਦੇ ਹਾਂ ਕਿ ਜ਼ਕਰੀਆ ਔਰ ਉਹਦੀ ਪਤਨੀ ਅਲਿਸਬਤ, ਜ਼ਕਰੀਆ ਇੱਕ ਜਾਜਕ ਸੀ ਜਿਹਦੇ ਕੋਈ ਪੁੱਤਰ ਧੀ ਪੈਦਾ ਨਹੀਂ ਸੀ ਹੋਇਆ, ਪਰ ਜੇ ਉਹਦੇ ਘਰ ਵਿੱਚ ਇੱਕ ਆਇਆ ਸੀ ਤੇ ਉਹ ਦੂਤ ਹੀ ਸੀ ਤੇ ਉਹ ਯਹੂਨਾ ਬਪਤਿਸਮਾ ਦੇਣ ਵਾਲਾ ਸੀ। ਮੈਂ ਤੁਹਾਨੂੰ ਯਸ਼ਾਇਆ 35 ਵੱਲ ਲੈ ਕੇ ਜਾ ਰਿਹਾ ਹਾਂ, ਕਿਉਂਕਿ ਇੱਕ ਨਬੂਵਤ ਜਿਹੜੀ ਹੈ ਉਹ ਅਸੀਂ ਪੜ੍ਹ ਲਈ ਹੈ, ਔਰ ਦੂਸਰੀ ਨਬੂਵਤ ਯਸ਼ਾਇਆ ਦੀ ਜਿਹੜੀ ਹੈ ਉਹ ਪੜ੍ਹਨੀ ਚਾਹੁੰਦਾ। ਪ੍ਰਭੂ ਕਿਰਪਾ ਦੇਵੇ। ਇੱਥੇ ਲਿਖਿਆ ਹੈ ਯਸ਼ਾਇਆ 35 ਦੀ 7ਵੀਂ ਆਇਤ, ਤਪਦੀ ਰੇਤ ਤਲਾਬ ਬਣੇਗੀ ਅਤੇ ਤਿਹਾਈ ਜ਼ਮੀਨ ਤੇ ਸੁੰਬ, ਤਿਹਾਈ ਜ਼ਮੀਨ ਪਾਣੀ ਦੇ ਸੁੰਬ, ਗਿੱਦੜਾਂ ਦੇ ਵਿੱਚ ਉਹਦੀ ਬੈਠਕ ਹੋਵੇਗੀ, ਕਾਨਿਆਂ ਔਰ ਡੱਬ ਦਾ ਚੁਗਾਨ ਹੋਵੇਗਾ, ਜਿਹੜਾ ਉਹਦੇ ਸੌਣ ਲਈ ਹੋਵੇਗਾ। ਉੱਥੇ ਇੱਕ ਸ਼ਾਹੀ ਰਾਹ ਹੋਵੇਗਾ ਅਤੇ ਉਹ ਰਾਹ ਪਵਿੱਤਰ ਰਾਹ ਕਹਾਵੇਗਾ, ਕੋਈ ਅਸ਼ੁੱਧ ਉਹਦੇ ਉੱਤੇ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। ਇਹ ਰਾਹ ਨੂੰ ਤਿਆਰ ਕਰਨ ਵਾਲਾ ਯਹੂਨਾ ਬਪਤਿਸਮਾ ਦੇਣ ਵਾਲਾ ਹੈ। ਮੱਤੀ ਨੂੰ ਪੁੱਛਣ ਜਾਂਦੇ ਆ, ਮੱਤੀ ਯਹੂਨਾ ਦੇ ਬਾਰੇ ਕੀ ਕਹਿੰਦਾ ਹੈ? ਔਰ ਮੱਤੀ 3 ਉਹਦੀ ਪਹਿਲੀ ਆਇਤ ਵਿੱਚ ਲਿਖਿਆ ਹੈ, ਯਹੂਨਾ ਕਹਿੰਦਾ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਉਹਦੇ ਮਗਰੀ ਜਿਹੜਾ ਆਉਣ ਵਾਲਾ ਸੀ, ਉਹ ਮੱਤੀ 4:17 ਚ ਕਹਿੰਦਾ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਔਰ ਯਹੂਨਾ ਕਿਹਦੇ ਅੱਗੇ ਅੱਗੇ ਆ ਰਿਹਾ ਸੀ? ਯਿਸੂ ਮਸੀਹ ਦੇ ਅੱਗੇ ਅੱਗੇ ਆ ਰਿਹਾ ਸੀ। ਯਿਸੂ ਮਸੀਹ ਕੌਣ ਹੈ? ਇਹ ਯਹੋਵਾ ਪਰਮੇਸ਼ਵਰ ਹੈ, ਪਰ ਕਾਹਦੇ ਵਿੱਚ ਹੈ? ਦੇਹ ਵਿੱਚ ਆਇਆ ਹੋਇਆ ਹੈ। ਜਦੋਂ ਯਹੂਨਾ ਨੇ ਰਾਹ ਤਿਆਰ ਕਰ ਦਿੱਤਾ ਤੇ ਮੱਤੀ 3 ਦੀ 13 ਖੁੱਲ ਗਈ ਹੈ। ਮੱਤੀ 3 ਦੀ 13 ਆਇਤ ਖੁੱਲੀ ਹੈ ਤੇ ਮੈਂ ਤੁਹਾਡੇ ਸਾਹਮਣੇ ਮੱਤੀ 3:13 ਨੂੰ ਜ਼ਰੂਰ ਰੱਖਾਂਗਾ, ਕਿਉਂਕਿ ਬੜੀ ਖੁਸ਼ੀ ਹੁੰਦੀ ਆ ਜਦੋਂ ਲਿਖਤਾਂ ਆਪਸ ਵਿੱਚ ਮਿਲਦੀਆਂ ਨੇ ਔਰ ਇੱਕ ਰਸਤਾ ਤਿਆਰ ਹੋ ਜਾਂਦਾ ਹੈ। ਅਗਰ ਕੋਈ ਉਸ ਰਸਤੇ ਨੂੰ ਸਮਝਦਾ ਹੈ ਤੇ ਉਹ ਜ਼ਰੂਰ ਨਵੇਂ ਨੇਮ ਤੇ ਪੁਰਾਣੇ ਨੇਮ ਨੂੰ ਸਮਝ ਜਾਏਗਾ। ਇੱਥੇ ਲਿਖਿਆ ਹੈ ਮੱਤੀ 3:13, ਤਦ ਯਿਸੂ ਗਲੀਲ ਤੋਂ ਜਰਦਨ ਦੇ ਕੰਢੇ ਯਹੂਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ, ਪਰ ਯਹੂਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ, ਭਾਈ ਮੈਨੂੰ ਤਾਂ ਤੇਥੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈ। ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਹੋਣ ਦੇ, ਕਿਉਂਕਿ ਸਾਨੂੰ ਯੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰ੍ਹਾਂ ਪੂਰਾ ਕਰੀਏ। ਔਰ ਲਿਖਿਆ ਉਸਨੇ ਹੋਣ ਦਿੱਤਾ ਅਤੇ ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ
ਔਰ ਵੇਖੋ ਆਕਾਸ਼ ਉਹਦੇ ਲਈ ਖੁੱਲ ਗਿਆ ਅਤੇ ਉਹਨੇ ਪਰਮੇਸ਼ਵਰ ਦਾ ਆਤਮਾ ਕਬੂਤਰ ਵਾਂਗੂ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਔਰ ਵੇਖੋ ਇੱਕ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਇਹਦੇ ਅੱਗੇ ਅੱਗੇ ਲਿਖਿਆ ਹੈ ਯਹੋਵਾ ਨੇ ਕਿਹਾ ਮੈਂ ਆਪਣਾ ਦੂਤ ਘੱਲਦਾ ਹਾਂ। ਲੂਕਾ ਦੇ ਉੱਤੇ ਅਸੀਂ ਘੜੀ ਲਾਉਣੀ ਹੈ ਕਿਉਂਕਿ ਲੂਕਾ ਬੜੀ ਸਫਾਈ ਦੇ ਨਾਲ ਇਸ ਆਇਤ ਨੂੰ ਜਿਹੜੀ ਜ਼ਕਰੀਆ ਦੇ ਪੁੱਤਰ ਦੇ ਵਿਖੇ ਹੈ ਉਹ ਬੜੀ ਸਫਾਈ ਨਾਲ ਇਸ ਨੂੰ ਬਿਆਨ ਕਰਦਾ ਹੈ। और लिखा है लूका पहला अध्याय और उसकी असी प्रभु दे वचन विचों 12 आयत नूं पढ़ना शुरू करते हाँ। लिखा ते जकरिया वेख के घबराया और उन्हों डर लगा पर दूत जबराइल ने उसनू आख्या हे जकरिया ना डर क्यों जो तेरी बेनती सुनी गई और तेरी पत्नी एलिसबत तेरे लिए एक पुत्र जनेगी अते तू ओदा नाम यूहन्ना रखना और तैनू खुशी होवेगी ਅਤੇ ਆਨੰਦ ਹੋਵੇਗਾ ਔਰ ਬਥੇਰੇ ਉਹਦੇ ਜੰਮਣ ਤੋਂ ਖੁਸ਼ ਹੋਣਗੇ ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ। ਨਾ ਮੈਂ ਨਾ ਮਦ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ ਅਤੇ ਇਸਰਾਇਲ ਦੀ ਔਲਾਦ ਵਿੱਚੋਂ ਬਹੁਤਿਆਂ ਨੂੰ ਉਹਨਾਂ ਦੇ ਪਰਮੇਸ਼ਵਰ ਪ੍ਰਭੂ ਦੀ ਵੱਲ ਮੋੜੇਗਾ। ਉਹ ਉਸ ਦੇ ਅੱਗੇ ਅੱਗੇ ਏਲੀਆ ਦੇ ਆਤਮਾ ਅਤੇ ਬਲ ਨਾਲ ਚੱਲੇਗਾ। ਪਿਓਾਂ ਦੇ ਦਿਲ ਬਾਲਕਾਂ ਵੱਲ ਔਰ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਵੱਲ ਭਾਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ। जबराइल बोल के हटदा ही आ ते जकरिया सिर फेर दिंदा। वो कहंदा मैं भी बुजुर्ग हाँ, मेरी पत्नी एलिसबत बुजुर्ग है, ये किस तरह होवेगा। पर असी वेखते हाँ कि स्वर्ग का दूत जबराइल कहंदा मैं स्वर्ग तो आया हाँ, ਇਹ ਸੁਨੇਹਾ ਲੈ ਕੇ ਆਇਆ ਹਾਂ ਔਰ ਮੈਂ ਤੈਨੂੰ ਦੱਸਿਆ ਹੈ ਕਿ ਤੂੰ ਉਹਦਾ ਨਾਮ ਯਹੂਨਾ ਰੱਖਣਾ ਹੈ ਪਰ ਤੂੰ ਪ੍ਰਤੀਤ ਨਹੀਂ ਕਰਦਾ ਇਹ ਕੰਮ ਹੋਵੇਗਾ ਪਰ ਤੇਰੀ ਜ਼ੁਬਾਨ ਨਹੀਂ ਚੱਲੇਗੀ ਜਦ ਤੱਕ ਉਹ ਬੱਚਾ ਪੈਦਾ ਨਹੀਂ ਹੁੰਦਾ ਤੂੰ ਗੂੰਗਾ ਰਹੇਗਾ। एक होर लिखत नूं असीं इहदे विच पढ़दे हां और एलिसबत और मरियम इकट्ठियां हो रही ने। असीं उन्हां नूं पढ़ना चाहुंदे हां और इत्थे लिखिया है प्रभु दे वचन दे अंदर ਤਾਂ ਜ਼ਕਰੀਆ ਨੇ ਦੂਤ ਨੂੰ ਆਖਿਆ ਮੈਂ ਕੀਕਰ ਮੰਨਾ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ। ਦੂਤ ਨੇ ਉਹਨੂੰ ਉੱਤਰ ਦਿੱਤਾ ਮੈਂ ਜਬਰਾਈਲ ਹਾਂ ਜੋ ਪਰਮੇਸ਼ਵਰ ਦੇ ਸਨਮੁਖ ਹਾਜ਼ਰ ਰਹਿੰਦਾ ਅਤੇ ਇਸ ਲਈ ਕੱਲਿਆ ਹੋਇਆ ਹਾਂ ਭਾਈ ਤੇਰੇ ਨਾਲ ਗੱਲਾਂ ਕਰਾਂ ਅਤੇ ਇਹ खुशी दी खबर सुनावा।
ਵੇਖ ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਗਾ ਅਤੇ ਬੋਲ ਨਾ ਸਕੇਗਾ। ਇਸ ਲਈ ਜੋ ਤੈਂ ਮੇਰੀਆਂ ਗੱਲਾਂ ਨੂੰ ਸੱਤ ਨਾ ਮੰਨਿਆ ਅਤੇ ਆਪਣੇ ਵੇਲੇ ਸਿਰ ਇਹ ਪੂਰੀਆਂ ਹੋਣਗੀਆਂ। ਖੁਦਾ ਬਹੁਤ ਵੱਡੀ ਕਿਰਪਾ ਦੇਵੇ। तो लिखा है कि फिर 6वें महीने इसराइल का 6वें महीने जबराइल दूत दी वल्लों नासरत नामे गलील के एक नगर विच एक कुवारी दे कोल भेजा गया जिहदी कुड़माई यूसुफ करके दौद के घराने दे एक पुरुष नाल हुई सी और वो कुवारी सी। ओदा नाम मरियम अते उसने ओदे कोल अंदर आन के क्या वधायो जिहदे उत्ते किरपा हुई प्रभु तेरे नाल है। पर वो इस तो बहुत घबराई अते सोचन लगी जो किहो जी वधाई है। दूत ने उन्होंने आख्या हे मरियम ना डर क्यों जो तेरे उत्ते परमेश्वर की कृपा हुई अते वे तू गर्भवती होवेगी और पुत्र जनेगी अते ओदा नाम यीशु रखना। वो महान होवेगा अते अत महान का पुत्र सदावेगा अते प्रभु परमेश्वर ओदे पिता दौद दा तखत ओनू देवेगा। वो जुगो जुग याकूब दे घराने उत्ते राज करेगा अते ओदे राज दा अंत ना होवेगा। रब बहुत बड़ी कृपा दवे। उधर जकरिया नाल गल होई आ, इधर मरियम दे नाल होई आ। जकरिया नाल गल दूत दे बारे होई आ और मरियम दे नाल मसीहा दे बारे हुई। और दूत ने की दे अगे आना है? मसीह यीशु दे अगे अगे आना है। और उसने जकरिया ने माफ करना असी देखते हैं यूहन्ना बपतिस्मा देने वाले ने उस राह नूं तैयार करना है क्योंकि ਉਹਦੇ ਪਿੱਛੇ ਰਾਜਾਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਆ ਰਿਹਾ ਹੈ। ਇਸ ਕਰਕੇ ਅੱਜ ਦੀ ਇਹ ਲਿਖਤ ਸੀ ਜਿਹਨੂੰ ਮਲਾਕੀ 3 ਦੇ ਅੰਦਰ ਤੁਹਾਡੇ ਨਾਲ ਪੜ੍ਹ ਸਕਿਆ ਹਾਂ। ਔਰ ਉਹ ਲਿਖਤ ਕਹਿੰਦੀ ਆ ਵੇਖੋ ਮੈਂ ਆਪਣੇ ਦੂਤ ਨੂੰ ਘੱਲਦਾ ਹਾਂ, ਮੈਂ ਆਪਣੇ ਦੂਤ ਨੂੰ ਘੱਲਦਾ ਹਾਂ। और ओदा दूत किहदे अगे घल्लदा है? मैं अपने दूत नूं घल्लदा हां, मैं अपने दूत नूं ओदे अगे अगे घल्लदा हां। ये सारे भेत ने जिन्हां नूं सानूं लिखतां दे विच पढ़ लैना चाहीदा है तां जो सानूं पता लगे कि ये लिखतां किवें पूरीआं होईआं ने। रब बहुत बड़ी बरकत दवे। मरियम दे नाल लूका 1 विच गल होई आ और दसना चाहुंदा कि जकरिया नाल लूका 1 विच गल होई है और मरियम एलिजबत दे घर विच लूका 1 विच जा के गई है क्योंकि एलिजबत मरियम दी साक है। इस करके मरियम ने 3 महीने अपने आप को लुका के रखा है। और असी देखते हैं कि जब उसने अपने आप को लुकाया और फिर वो अपनी साक एलिजबत दे कोल गई है। तो मैं 35 आयत तुहाडे सामने जरूर पढ़नी चाहुंदा हां। और इत्थे लिखत कहती है
ਦੂਤ ਨੇ ਉਸ ਨੂੰ, ਜਬਰਾਈਲ ਨੇ ਉਸ ਨੂੰ ਕਿਹਾ, ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ। ਮਰੀਅਮ ਨੂੰ ਕਿਹਾ, ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਔਰ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਰ ਦਾ ਪੁੱਤਰ ਕਹਾਵੇਗਾ। ਅਤੇ ਵੇਖ ਤੇਰੀ ਸਾਕ ਅਲਿਸਬਤ, ਉਹਨੂੰ ਵੀ ਵਡਾਪੇ ਵਿੱਚ ਵਡਾਪੇ ਵਿੱਚ ਇੱਕ ਪੁੱਤਰ ਹੋਣ ਵਾਲਾ ਹੈ। ਜਿਹੜੀ ਬਾਂਝ ਕਹਾਉਂਦੀ ਸੀ, ਉਹਦਾ ਇਹ 6ਵਾਂ ਮਹੀਨਾ ਹੈ। 37 ਪੜ੍ਹਨੀ ਚਾਹੁੰਦਾ ਹਾਂ, ਕਿਉਂਕਿ ਕੋਈ ਬਚਨ ਪਰਮੇਸ਼ਰ ਦੇ ਵੱਲੋਂ ਸ਼ਕਤੀਹੀਨ ਨਾ ਹੋਵੇਗਾ। ਤਾਂ ਮਰੀਅਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਬਾਂਝੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਅਤੇ ਦੂਤ ਉਹਦੇ ਕੋਲੋਂ ਚਲਾ ਗਿਆ। ਉਹਨੇ ਦਿਨੀ ਮਰੀਅਮ ਨੇ ਉੱਠ ਕੇ ਛੇਤੀ ਨਾਲ ਪਹਾੜੀ ਦੇਸ਼ ਵਿੱਚ ਯਹੂਦਾ ਦੇ ਇੱਕ ਨਗਰ ਨੂੰ ਗਈ ਅਤੇ ਜ਼ਕਰੀਆ ਦੇ ਘਰ ਵਿੱਚ ਜਾ ਕੇ ਅਲਿਸਬਤ ਨੂੰ ਪ੍ਰਣਾਮ ਕੀਤਾ। ਤਾਂ ਇਉਂ ਹੋਇਆ ਕਿ ਜਾਂ ਅਲਿਸਬਤ ਨੇ ਮਰੀਅਮ ਦਾ ਪ੍ਰਣਾਮ ਸੁਣਿਆ ਤਾਂ ਬੱਚਾ ਉਹਦੀ ਕੁੱਖ ਵਿੱਚ ਉਛਲ ਪਿਆ ਅਤੇ ਅਲਿਸਬਤ ਪਵਿੱਤਰ ਆਤਮਾ ਨਾਲ ਭਰ ਗਈ ਅਤੇ ਉਹ ਜ਼ੋਰ ਨਾਲ ਉੱਚੀ ਦੇ ਕੇ ਬੋਲੀ, ਮੁਬਾਰਕ ਹੈ ਤੂੰ ਤੀਵੀਆਂ ਵਿੱਚੋਂ, ਨਾਲੇ ਮੁਬਾਰਕ ਤੇਰੀ ਕੁੱਖ ਦਾ ਉਹ ਫਲ। ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ। ਹਾਲੇਲੂਇਆ। ਤੋ ਹੁਣ ਅਸੀਂ ਦੇਖਦੇ ਹਾਂ ਇਹ ਲਿਖਤਾਂ ਕਿੰਨੀਆਂ ਸੀ ਜਿਹੜੀਆਂ ਮੈਂ ਛੇਤੀ ਛੇਤੀ ਤੁਹਾਡੇ ਅੱਗੇ ਪੜ੍ਹੀਆਂ ਨੇ। ਔਰ ਕਿੱਥੋਂ ਸ਼ੁਰੂ ਕੀਤਾ ਹੈ? ਮਲਾਕੀ 3 ਤੋਂ, ਕਿਉਂਕਿ ਮਲਾਕੀ 3 ਦੇ ਅੰਦਰ 2 ਦੂਤਾਂ ਦਾ ਜ਼ਿਕਰ ਹੈ। ਮਲਾਕੀ 3 ਦੇ ਔਰ 4 ਵਿੱਚ 2 ਦੂਤਾਂ ਦਾ ਜ਼ਿਕਰ ਹੈ। ਅੱਜ ਮੈਂ ਤੁਹਾਡੇ ਨਾਲ ਇੱਕ ਹੀ ਦੂਤ ਦੇ ਬਾਰੇ ਗੱਲ ਕੀਤੀ ਹੈ, ਜਿਹੜੀ ਮਲਾਕੀ 3 ਦੀ ਪਹਿਲੀ ਆਇਤ ਹੈ। ਵੇਖੋ ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ। ਪ੍ਰਭੂ ਜਿਹਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ। ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, ਵੇਖੋ ਆਉਂਦਾ ਹੈ, ਸੈਨਾ ਦਾ ਯਹੋਵਾ ਆਖਦਾ ਹੈ। ਤੋ ਅਸੀਂ ਇਸ ਦੂਤ ਨੂੰ ਯਸ਼ਾਇਆ ਦੇ ਕੋਲੋਂ ਪੁੱਛਿਆ ਹੈ। ਯਸ਼ਾਇਆ ਨੇ 2 ਤਰ੍ਹਾਂ ਨਾਲ ਦੱਸਿਆ ਹੈ। ਇੱਕ ਉਹਨੇ ਯਸ਼ਾਇਆ 40 ਦੀ 3 ਤੋਂ ਦੱਸਿਆ ਹੈ। ਫਿਰ ਉਸਨੇ ਯਸ਼ਾਇਆ 35 ਦੀ 7 ਤੋਂ ਦੱਸਿਆ ਹੈ। ਔਰ ਫਿਰ ਅਸੀਂ ਪੁੱਛਿਆ ਹੈ ਲੂਕਾ ਨੂੰ, ਔਰ ਉਹਦੇ ਅੰਦਰ ਜ਼ਕਰੀਆ ਦੇ ਨਾਲ ਜਬਰਾਈਲ ਨੇ ਗੱਲ ਕੀਤੀ ਹੈ ਔਰ ਜਬਰਾਈਲ ਨੇ ਹੀ ਮਰੀਅਮ ਦੇ ਨਾਲ ਗੱਲ ਕੀਤੀ ਹੈ। ਔਰ ਇਹ ਦੂਤ ਜਿਹੜਾ ਹੈ ਇਹ ਅਸਲ ਵਿੱਚ ਯਿਸੂ ਮਸੀਹ ਦੇ ਅੱਗੇ ਭੇਜਿਆ ਹੋਇਆ ਦੂਤ ਹੈ ਔਰ ਇਹ ਯਹੋਨਾ ਬਪਤਿਸਮਾ ਦੇਣ ਵਾਲਾ ਹੈ, ਜਿਸ ਨੂੰ ਅਸੀਂ ਲੂਕਾ ਪਹਿਲੇ ਅਧਿਆਏ ਦੇ ਅੰਦਰ ਪੜ੍ਹਿਆ ਹੈ। ਔਰ ਇਸ ਨੂੰ ਅਸਾਂ ਯਸ਼ਾਇਆ ਦੇ ਵਿੱਚ ਪੜ੍ਹਿਆ ਹੈ। ਇਸ ਨੂੰ ਅਸੀਂ ਯਸ਼ਾਇਆ 35 ਦੀ 7 ਵਿੱਚ ਪੜ੍ਹਿਆ ਹੈ। ਮੇਰੇ ਅਜੀਜ਼ੋ, ਇਹੀ ਉਹ ਦੂਤ ਸੀ ਜਿਹੜਾ ਯਹੋਨਾ ਬਪਤਿਸਮਾ ਦੇਣ ਵਾਲਾ ਸੀ।
ਔਰ ਜਬਰਾਈਲ ਨੇ ਮਰੀਅਮ ਨੂੰ ਦੱਸ ਦਿੱਤਾ ਕਿ ਦੇਖ ਤੇਰੀ ਸਾਕ ਅਲਿਸਬਤ ਨੂੰ ਇਹ 6ਵਾਂ ਮਹੀਨਾ ਹੈ ਜਿਹੜੀ ਬਾਂਝ ਕਹਾਉਂਦੀ ਸੀ ਔਰ ਪ੍ਰਭੂ ਨੇ ਉਹਦੇ ਤੇ ਕਿਰਪਾ ਕੀਤੀ ਹੈ। ਔਰ ਮੇਰੇ ਅਜੀਜ਼ੋ, ਜਦੋਂ ਮਰੀਅਮ ਔਰ ਅਲਿਸਬਤ ਦਾ ਮੇਲ ਹੁੰਦਾ ਹੈ ਔਰ ਯਹੂਨਾ ਅਲਿਸਬਤ ਦੇ ਪੇਟ ਵਿੱਚ ਉਛਲ ਪੈਂਦਾ ਹੈ, ਕਿਉਂਕਿ ਅਸੀਂ ਦੇਖਦੇ ਹਾਂ ਉਧਰ ਯਿਸੂ ਮਸੀਹ ਵੀ ਮਰੀਅਮ ਦੇ ਕੋਲ ਹੈ। ਰੱਬ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਕੱਲ ਅਸੀਂ ਇਸ ਨੂੰ ਹੋਰ ਅੱਗੇ ਵੇਖਾਂਗੇ। ਜਿਹੜਾ ਚੌਥੇ ਅਧਿਆਏ ਦੇ ਵਿੱਚ ਦੂਤ ਹੈ ਉਹਦੇ ਬਾਰੇ ਕੱਲ ਅਸੀਂ ਜ਼ਰੂਰ ਵੇਖਾਂਗੇ। ਦੋਵਾਂ ਦੂਤਾਂ ਨੂੰ ਮਲਾਕੀ ਨੇ ਹੀ ਬਿਆਨ ਕੀਤਾ ਹੈ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਓ ਅਸੀਂ ਦੁਆ ਕਰਾਂਗੇ। ਸਾਡੇ ਜੂੰਦੇ ਅੱਜ ਉਸ ਦੂਤ ਨੂੰ ਵੇਖ ਸਕੇ ਹਾਂ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਅੱਗੇ ਅੱਗੇ ਚੱਲਿਆ ਔਰ ਉਹ ਯਹੂਨਾ ਬਪਤਿਸਮਾ ਦੇਣ ਵਾਲਾ ਸੀ। ਪ੍ਰਭੂ ਯਿਸੂ ਮਸੀਹ ਤੂੰ ਜਾ ਕਰਨੀ, ਸੁਣ ਵਾਲਿਆਂ ਤੇ ਤੇਰੀ ਵੱਡੀ ਕਿਰਪਾ ਹੋਵੇ। ਔਰ ਖੁਦਾ ਵੀ ਯਿਸੂ ਮਸੀਹ ਸੁਣ ਵਾਲਿਆਂ ਨੂੰ ਤੂੰ ਬਹੁਤ ਵੱਡੀ ਬਰਕਤ ਦੇਣੀ। ਤੇਰਾ ਸ਼ੁਕਰ ਹੋਵੇ, ਧੰਨਵਾਦ। ਦੁਆ ਯਿਸੂ ਮਸੀਹ ਦੇ ਨਾਮ ਵਿੱਚ